ਜਦੋਂ ਵੀ ਇੰਜਰੀ ਹੁੰਦੀ ਹੈ ਜੀ ਮੋਸਟਲੀ ਲੋਕ ਮਿਲਾਨ ਚਲੇ ਜਾਂਦੇ ਜੀ ਨੇ ਬਿਲਕੁਲ ਬਿਲਕੁਲ ਉਹਦਾ ਧਿਆਨ ਨਹੀਂ ਦਿੰਦੇ ਜੀ ਤੇ ਇਹ ਜਿਹੜੀ ਇੰਜਰੀਜ਼ ਨੇ ਉਹ ਫਿਰ ਕ੍ਰੋਨਿਕ ਹੋ ਜਾਂਦੀਆਂ ਨੇ। ਸੋ ਪੇਸ਼ੈਂਟ ਗ੍ਰੈਵਿਟੀ ਸਮਝਦੇ ਨਹੀਂ ਹੈ ਕਿ ਇਹ ਕਿਸੇ ਵੇਲੇ ਸਾਡੇ ਕੋਲ ਉਸੇ ਵੇਲੇ ਡਾਕਟਰ ਕੋਲ ਫੁੱਟ ਐਂਡ ਐਂਕਲ ਸਪੈਸ਼ਲਿਸਟ ਕੋਲ ਜਾਣਾ ਚਾਹੀਦਾ ਹੈ। ਇਹ ਇੰਜਰੀਆਂ ਅੱਗੇ ਜਾ ਕੇ ਇੱਕ ਤੇ ਪੈਰ ਵਿੰਗਾ ਵੀ ਕਰ ਸਕਦੀਆਂ ਨੇ ਤੇ ਦੂਜਾ ਜਿਹੜੇ ਪੈਰ ਦੇ ਜੋੜ ਨੇ ਉਹ ਸਾਰੇ ਖਰਾਬ ਕਰ ਸਕਦੇ ਨੇ ਔਰ ਉਹਦੀ ਅਲਾਈਨਮੈਂਟ ਖਰਾਬ ਕਰ ਸਕਦੇ ਨੇ। ਉਹਦੇ ਵਿੱਚ ਪਹਿਲਾ ਜਿਹੜਾ ਅਸੀਂ ਵਾਰਮ ਅਪ ਐਕਸਰਸਾਈਜ਼ਸ ਬਹੁਤ ਇੰਪੋਰਟੈਂਟ ਨੇ। ਵਾਰਮ ਅਪ ਐਕਸਰਸਾਈਜ਼ ਕਰਨੀਆਂ ਬਹੁਤ ਇੰਪੋਰਟੈਂਟ ਨੇ। ਜੇ ਤੁਹਾਡੇ ਮਸਲ ਵਾਰਮ ਹੋਣਗੇ ਟੋਨ ਅਪ ਹੋਣਗੇ ਤੇ ਦੈਟ ਇੰਜਰੀਜ਼ ਹੋਣ ਦੇ ਚਾਂਸਸ ਬਹੁਤ ਘੱਟ ਹੋਣਗੇ। ਪੰਜਾਬ ਕੇਸਰੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕਵਿਸ਼ਾ ਅਰੋੜਾ ਬਹੁਤ-ਬਹੁਤ ਸਵਾਗਤ ਕਰਨੀ ਹੈ। ਦਰਸ਼ਕੋ ਇਸ ਵੇਲੇ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਅਮਨਦੀਪ ਹਸਪੀਟਲ ਤੇ ਸਾਡੇ ਨਾਲ ਇੱਥੇ ਜੁੜੇ ਡਾਕਟਰ ਰਾਜੀਵ ਵੋਰਾ ਜੋ ਕਿ ਸੀਨੀਅਰ ਕੰਸਲਟੈਂਟ ਐਂਡ ਆਰਥੋਪੈਡਿਕ ਸਰਜਨ ਨੇ ਸਾਡੇ ਨਾਲ ਜੁੜ ਰਹੇ ਤੇ ਅੱਜ ਸਾਨੂੰ ਜਾਣਕਾਰੀ ਦੇਣਗੇ ਐਂਕਲ ਤੇ ਫੁੱਟ ਦੀ ਇੰਜਰੀਜ਼ ਬਾਰੇ, ਕਿੱਦਾਂ ਹੁੰਦੀਆਂ ਤੇ ਕਿਸ ਤਰ੍ਹਾਂ ਨਾਲ ਉਹਨਾਂ ਨੂੰ ਕਿਉਰ ਕੀਤਾ ਜਾਂਦਾ ਔਰ ਕਿਸ ਤਰ੍ਹਾਂ ਇਹਨਾਂ ਤੋਂ ਬਚਿਆ ਵੀ ਜਾ ਸਕਦਾ। ਸੋ ਸਰ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ। ਥੈਂਕ ਯੂ ਸੋ ਮਚ। ਥੈਂਕ ਯੂ ਸਰ। ਸੋ ਸਰ ਮੈਂ ਜਾਣਨਾ ਚਾਹਾਂਗੀ ਜਿੱਦਾਂ ਆਮ ਜ਼ਿੰਦਗੀ ਵਿੱਚ ਕਿਸੇ ਵੇਲੇ ਪੈਰ ਮੁੜ ਜਾਂਦਾ ਹੈ, ਕੋਈ ਇੰਜਰੀ ਹੋ ਜਾਂਦੀ ਹੈ ਜਾਂ ਕਿਸੇ ਸਪੋਰਟਸ ਪਰਸਨ ਨੂੰ ਜਿਸ ਤਰ੍ਹਾਂ ਖੇਡਦੇ ਖੇਡਦੇ ਕੋਈ ਸੱਟਾਂ ਵੱਜ ਜਾਂਦੀਆਂ ਨੇ ਤੇ ਉਹਨਾਂ ਵਿੱਚ ਕਿਸ ਤਰ੍ਹਾਂ ਨਾਲ ਉਹਨਾਂ ਨੂੰ ਕਿਉਰ ਕੀਤਾ ਜਾਂਦਾ ਹੈ? ਅਨਫੋਰਚੂਨੇਟਲੀ ਜਦੋਂ ਵੀ ਇੰਜਰੀ ਹੁੰਦੀ ਹੈ ਜੀ ਮੋਸਟਲੀ ਲੋਕ ਮਿਲਾਨ ਚਲੇ ਜਾਂਦੇ ਜੀ ਨੇ ਬਿਲਕੁਲ ਬਿਲਕੁਲ ਉਹਦਾ ਧਿਆਨ ਨਹੀਂ ਦਿੰਦੇ ਜੀ ਤੇ ਇਹ ਜਿਹੜੀ ਇੰਜਰੀਜ਼ ਨੇ ਉਹ ਫਿਰ ਕ੍ਰੋਨਿਕ ਹੋ ਜਾਂਦੀਆਂ ਨੇ ਤੇ ਕਾਫੀ ਦੇਰ ਬਾਅਦ ਸਾਡੇ ਕੋਲ ਪੇਸ਼ੈਂਟਸ ਆਉਂਦੇ ਨੇ। ਕੋਈ 3 ਹਫ਼ਤੇ ਬਾਅਦ ਆ ਰਿਹਾ ਹੈ, ਕੋਈ 6 ਮਹੀਨੇ ਬਾਅਦ ਆ ਰਿਹਾ ਹੈ, ਕੋਈ 3 ਮਹੀਨੇ ਬਾਅਦ ਆ ਰਿਹਾ। ਉਦੋਂ ਇਹ ਇੰਜਰੀਜ਼ ਟ੍ਰੀਟ ਕਰਨੀਆਂ ਬੜੀਆਂ ਮੁਸ਼ਕਲ ਹੋ ਜਾਂਦੀਆਂ ਨੇ ਕਿਉਂਕਿ ਜਿਹੜਾ ਡੈਮੇਜ ਆਲਰੇਡੀ ਇੰਜਰੀਜ਼ ਨਾਲ ਹੋਇਆ ਹੁੰਦਾ ਹੈ ਬਾਕੀ ਉਹ ਇੰਪ੍ਰੋਪਰ ਇਲਾਜ ਦੇ ਨਾਲ ਉਹ ਡੈਮੇਜ ਹੋਰ ਵੱਧ ਜਾਂਦਾ ਹੈ। ਸੋ ਪੇਸ਼ੈਂਟ ਗ੍ਰੈਵਿਟੀ ਸਮਝਦੇ ਨਹੀਂ ਹੈ ਕਿ ਇਹ ਕਿਸੇ ਵੇਲੇ ਸਾਡੇ ਕੋਲ ਉਸੇ ਵੇਲੇ ਡਾਕਟਰ ਕੋਲ ਫੁੱਟ ਐਂਡ ਐਂਕਲ ਸਪੈਸ਼ਲਿਸਟ ਕੋਲ ਜਾਣਾ ਚਾਹੀਦਾ ਹੈ ਕਿਉਂਕਿ ਇਹ ਇੰਜਰੀਆਂ ਅੱਗੇ ਜਾ ਕੇ ਇੱਕ ਤੇ ਪੈਰ ਵਿੰਗਾ ਵੀ ਕਰ ਸਕਦੀਆਂ ਨੇ ਤੇ ਦੂਜਾ ਜਿਹੜੇ ਪੈਰ ਦੇ ਜੋੜ ਨੇ ਉਹ ਸਾਰੇ ਖਰਾਬ ਕਰ ਸਕਦੇ ਨੇ ਔਰ ਉਹਦੀ ਅਲਾਈਨਮੈਂਟ ਖਰਾਬ ਕਰ ਸਕਦੇ ਨੇ ਤੇ ਫਿਰ ਪੇਸ਼ੈਂਟ ਨੂੰ ਚੱਲਣ 'ਚ ਭੱਜਣ 'ਚ ਤੇ ਆਪਣੀਆਂ ਰੂਟੀਨ ਐਕਟੀਵਿਟੀਜ਼ ਤੇ ਇਵਨ ਸਪੋਰਟਸ 'ਚ ਵੀ ਕਾਫੀ ਦਿੱਕਤ ਹੋ ਸਕਦੀ ਹੈ। ਸਰ ਕਹਿ ਸਕਦੇ ਹਾਂ ਕਿ ਇੱਕ ਸਪੋਰਟਸ ਪਰਸਨ ਨੂੰ ਤਾਂ ਬਿਲਕੁਲ ਵੀ ਜ਼ਰਾ ਵੀ ਟਾਈਮ ਨਹੀਂ ਲਾਣਾ ਚਾਹੀਦਾ, ਉਸੇ ਵੇਲੇ ਪਹੁੰਚਣਾ ਚਾਹੀਦਾ ਬਿਕਾਜ਼ ਡੀਫਾਰਮਿਟੀਜ਼ ਜੋ ਨੇ ਉਹਨਾਂ ਦੇ ਖੇਡ ਵਿੱਚ ਵੀ ਬਹੁਤ ਉਹਨਾਂ ਨੂੰ ਪ੍ਰਭਾਵਿਤ ਕਰਨਗੀਆਂ। ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਆਉਂਦੀ ਹੈ ਸਪੋਰਟਸ ਪਰਸਨ ਦੇ ਵਿੱਚ ਉਹ ਲਿਗਾਮੈਂਟਸ ਇੰਜਰੀਜ਼ ਹੁੰਦੀਆਂ ਨੇ। ਉਹਦੇ ਵਿੱਚ ਫ੍ਰੈਕਚਰ ਤੇ ਨਜ਼ਰ ਆਉਂਦਾ ਨਹੀਂ ਐਕਸ-ਰੇ 'ਚ। ਰੇਡੀਓਲੋਜਿਸਟ ਕੋ ਚਲੇ ਜਾਂਦੇ ਨੇ, ਉਹ ਕਹਿੰਦੇ ਜੀ ਫ੍ਰੈਕਚਰ ਹੈ ਨਹੀਂ ਤਾਂ ਪੇਸ਼ੈਂਟ ਸੈਟੀਸਫਾਈਡ ਹੋ ਜਾਂਦਾ ਹੈ ਕਿ ਬਈ ਹੁਣ ਮੈਨੂੰ ਕੋਈ ਪ੍ਰੋਬਲਮ ਹੈ ਨਹੀਂ। ਅਨਫੋਰਚੂਨੇਟਲੀ ਉਹਨਾਂ ਦੇ ਲਿਗਾਮੈਂਟਸ ਜਿਹੜੇ ਨੇ ਉਹ ਕਾਫੀ ਜ਼ਿਆਦਾ ਇੰਜਰ ਹੋ ਜਾਂਦੇ ਨੇ ਤੇ ਜੇ ਲਿਗਾਮੈਂਟਸ ਦੀ ਇੰਜਰੀ ਟਾਈਮਲੀ ਟ੍ਰੀਟ ਨਾ ਕੀਤੀ ਜਾਵੇ ਤੇ ਫੁੱਟ ਤੇ ਐਂਕਲ ਇਨਸਟੇਬਲ ਹੋ ਜਾਂਦੇ ਨੇ, ਅਨਸਟੇਬਲ ਹੋ ਜਾਂਦੇ ਨੇ ਤੇ ਪੇਸ਼ੈਂਟ ਨੂੰ ਇੰਜ ਲੱਗਦਾ ਮੇਰਾ ਗਿੱਟਾ ਬਾਹਰ ਨਿਕਲ ਰਿਹਾ ਹੈ ਖੇਡਣ ਲੱਗਿਆ ਜਾਂ ਚੱਲਣ ਲੱਗਿਆ। ਉਹ ਪ੍ਰੋਬਲਮ ਜਿਹੜੀਆਂ ਉਹ ਟੋਟਲੀ ਉਹਨਾਂ ਦਾ ਸਪੋਰਟਸ ਕੈਰੀਅਰ ਜਿਹੜਾ ਉਹ ਟੋਟਲੀ ਖਤਮ ਕਰ ਸਕਦੀਆਂ ਨੇ ਜੇ ਉਹ ਪ੍ਰੋਪਰਲੀ ਉਸ ਵੇਲੇ ਪ੍ਰੋਬਲਮ ਅਨਸਟੇਬਲ ਐਂਕਲ ਜਿਹੜੀ ਹੈ ਉਹ ਦੈਟ ਇਜ਼ ਵੈਰੀ ਇੰਪੋਰਟੈਂਟ। ਉਹ ਲੋਕ ਨਹੀਂ ਰਿਅਲਾਈਜ਼ ਕਰਦੇ, ਸਿਰਫ ਇਹੀ ਦੇਖਦੇ ਆ ਕਿ ਬਈ ਐਕਸ-ਰੇ ਹੋ ਗਏ ਠੀਕ ਹੈ ਫ੍ਰੈਕਚਰ ਹੈ ਨਹੀਂ, ਬਟ ਖਾਲੀ ਫ੍ਰੈਕਚਰ ਨਾ ਹੋਣਾ ਹੀ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਇੰਜਰੀ ਨਹੀਂ ਹੋਈ ਹੋ ਸਕਦੀ। ਸੋ ਅਗਰ ਤੁਸੀਂ ਕਿਤੇ ਰੇਡੀਓਲੋਜਿਸਟ ਕੋਲ ਪਹੁੰਚਦੇ ਹੋ, ਉਹਨਾਂ ਵੱਲੋਂ ਚੈੱਕ ਕੀਤਾ ਜਾਂਦਾ ਕੋਈ ਜਿਹੜੀ ਹੈ ਹੱਡੀ ਨਹੀਂ ਟੁੱਟੀ ਹੈ ਤੇ ਤੁਹਾਨੂੰ ਲੱਗਦਾ ਕਿ ਯੂ ਆਰ ਸੇਫ, ਯੂ ਆਰ ਨਾਟ, ਅਗਰ ਪੈਰ 'ਚ ਫਿਰ ਵੀ ਦਿੱਕਤ ਆ ਰਹੀ ਹੈ ਚੱਲਣ 'ਚ ਜਾਂ ਫਿਰ ਕਿਤੇ ਨਾ ਕਿਤੇ ਕੁਝ ਐਸੀ ਦਿੱਕਤ ਹੈ ਜੋ ਕਿ ਤੁਹਾਨੂੰ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਐਕਟਿਵ ਹੋਣ 'ਚ ਤੁਹਾਨੂੰ ਪ੍ਰੋਬਲਮ ਦੇ ਰਹੀ ਹੈ, ਯੂ ਰੀਅਲੀ ਨੀਡ ਟੂ ਕੰਸਲਟ ਅ ਸਪੈਸ਼ਲਿਸਟ। ਜਿੱਦਾਂ ਕਿ ਸਰ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ, ਹੋਰ ਜਾਣਕਾਰੀਆਂ ਲੈਣਾ ਚਾਹਾਂਗੇ। ਸਰ ਇਹ ਜਿਹੜੀਆਂ ਇੰਜਰੀਜ਼ ਹੁੰਦੀਆਂ ਕਿ ਇਹ ਵੀਕਨੈਸ ਆਫ ਬੋਨ ਜਾਂ ਵੀਕਨੈਸ ਆਫ ਲਿਗਾਮੈਂਟਸ ਦੇ ਨਾਲ ਵੀ ਹੋ ਜਾਂਦੀ ਹੈ ਕਈ ਵਾਰ?
ਹਾਂਜੀ ਇਹ ਇੰਜਰੀਜ਼ ਸ਼ਾਇਦ ਵੀਕਨੈਸ ਦੇ ਨਾਲ ਤੇ ਨਾ ਕਵਾਂ, ਪਰ ਡੈਫੀਨਿਟਲੀ ਜੇ ਤੁਹਾਡੀਆਂ ਬੋਨਸ ਤੇ ਲਿਗਾਮੈਂਟਸ ਵੀਕ ਹੈਗੇ ਆ ਉਹਨਾਂ ਦੀ ਹੀਲਿੰਗ 'ਚ ਬਹੁਤ ਪ੍ਰੋਬਲਮ ਆਉਂਦੀ ਹੈ। ਸੋ ਬੇਸਿਕਲੀ ਬੋਨ ਹੈਲਥ ਵੀ ਜ਼ਿਆਦਾ ਇੰਪੋਰਟੈਂਟ ਹੈ ਤੁਹਾਡੇ ਲਈ। ਤੁਸੀਂ ਪ੍ਰੀਵੈਂਸ਼ਨ ਕਰ ਸਕਦੇ ਹੋ ਇੰਜਰੀਜ਼ ਦੀ, ਜਿਹਦੇ ਵਿੱਚ ਇੱਕ ਤੇ ਆਪਣੀ ਮਸਲ ਦੀ ਟੋਨਿੰਗ ਕਰ ਸਕਦੇ ਹੋ ਜਿਹਦੇ ਨਾਲ ਇੰਜਰੀਜ਼ ਘਟ ਸਕੀਆਂ। ਸੋ ਰੈਗੂਲਰਲੀ ਜਿਹੜਾ ਅਸੀਂ ਸਪੋਰਟਸ ਇਨਵੋਲਵ ਹੁੰਦੇ ਆ ਉਹਦੇ ਵਿੱਚ ਪਹਿਲਾ ਜਿਹੜਾ ਅਸੀਂ ਵਾਰਮ ਅਪ ਐਕਸਰਸਾਈਜ਼ਸ ਬਹੁਤ ਇੰਪੋਰਟੈਂਟ ਨੇ। ਵਾਰਮ ਅਪ ਐਕਸਰਸਾਈਜ਼ ਕਰਨੀਆਂ ਬਹੁਤ ਇੰਪੋਰਟੈਂਟ ਨੇ। ਜੇ ਤੁਹਾਡੇ ਮਸਲ ਵਾਰਮ ਹੋਣਗੇ, ਟੋਨ ਅਪ ਹੋਣਗੇ ਤੇ ਦੈਟ ਇੰਜਰੀਜ਼ ਹੋਣ ਦੇ ਚਾਂਸਸ ਬਹੁਤ ਘੱਟ ਹੋਣਗੇ। ਤੇ ਜੇ ਤੁਹਾਡਾ ਬੋਨ ਜਿਹੜਾ ਕੈਲਸ਼ੀਅਮ ਲੈਵਲ ਹੈ ਜਾਂ ਆਸਟੀਓਪੋਰੋਸਿਸ ਨਹੀਂ ਹੈਗਾ, ਫਿਰ ਨੰਬਰ 1 ਤੇ ਹੀਲਿੰਗ ਵਧੀਆ ਹੋਏਗੀ, ਤੇ ਜਿਹੜੇ ਫ੍ਰੈਕਚਰ ਅਸੀਂ ਫਿਕਸ ਕਰਦੇ ਹਾਂ ਉਦੋਂ ਜਦੋਂ ਬੋਨ ਵੀਕ ਹੁੰਦੀ ਹੈ ਉਹ ਬਹੁਤ ਜ਼ਿਆਦਾ ਮੈਟਲ ਵਰਕ ਕਰਨਾ ਪੈਂਦਾ ਹੈ, ਕੰਪਲਿਕੇਸ਼ਨ ਦੇ ਚਾਂਸਸ ਜ਼ਿਆਦਾ ਹੋ ਜਾਂਦੇ ਨੇ। ਤੇ ਜੇ ਬੋਨ ਹੈਲਥ ਤੁਸੀਂ ਆਪਣੀ ਰੱਖੋਗੇ ਤੇ ਤੁਹਾਡੇ ਫ੍ਰੈਕਚਰ ਵੀ ਟਾਈਮਲੀ ਹੀਲ ਹੋ ਜਾਣਗੇ। ਜੀ ਫ੍ਰੈਕਚਰ ਹੋਣਗੇ ਤਾਂ ਸਹੀ, ਕਿਉਂਕਿ ਅਗਰ ਤੁਹਾਨੂੰ ਜ਼ਿਆਦਾ ਸੱਟ ਵੱਜਦੀ ਹੈ ਤਾਂ ਫ੍ਰੈਕਚਰ ਹੋਣ ਦੀ ਜਿਹੜੀ ਉਮੀਦ ਹੈ ਜਾਂ ਜਿਹੜੀ ਕਹਿ ਸਕਨੇ ਆ ਕਿ ਜਿਹੜੇ ਅਸਾਰ ਹੁੰਦੇ ਆ ਉਹ ਤਾਂ ਰਹਿਣਗੇ, ਮਗਰ ਉਹਦੀ ਹੀਲਿੰਗ ਬਹੁਤ ਛੇਤੀ ਹੋਏਗੀ। ਔਰ ਸਰ ਇਸ ਤੋਂ ਇਲਾਵਾ ਮੈਂ ਜਾਣਨਾ ਚਾਹਾਂਗੀ, ਜੇ ਅਗਰ ਐਂਕਲ ਜਾਂ ਫੁੱਟ ਤੇ ਸੱਟ ਵੱਜ ਜਾਂਦੀ, ਕੀ ਸਰਜਰੀ ਤੋਂ ਬਿਨਾਂ ਵੀ ਉਹਨਾਂ ਦਾ ਇਲਾਜ ਪੋਸੀਬਲ ਹੁੰਦਾ? ਕਾਫੀ ਜ਼ਿਆਦਾ ਸੱਟਾਂ ਜਿਹੜੀਆਂ ਉਹਨੇ ਬਗੈਰ ਸਰਜਰੀ ਦੇ ਇਲਾਜ ਵੀ ਹੋ ਸਕਦਾ, ਪਰ ਉਹਦੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਪ੍ਰੋਪਰ ਇਮੋਬਿਲਾਈਜੇਸ਼ਨ, ਯਾਨੀ ਕਿ ਪੇਸ਼ੈਂਟ ਨੂੰ ਵੇਟ ਨਹੀਂ ਪਾਣਾ ਪਏਗਾ। ਇੱਕ ਕੱਚਾ ਪਲਸਤਰ ਜਾਂ ਇਹਨੂੰ ਸਪਲਿੰਟ ਕਰਨੇ ਆ ਉਹ ਲਗਾ ਦਈਏ, ਆਪਣੇ ਲਿਗਾਮੈਂਟਸ ਨੂੰ ਹੀਲ ਹੋਣ ਦਾ ਟਾਈਮ ਦਈਏ। ਨਾਰਮਲੀ ਜਿਹੜੇ ਲਿਗਾਮੈਂਟ ਹੈ ਉਹ 6 ਤੋਂ 8 ਹਫ਼ਤੇ ਲੈਂਦੇ ਨੇ, ਔਰ ਅਸੀਂ ਕੀ ਕਰਦੇ ਹਾਂ, ਥੋੜਾ ਜਿਹਾ ਪੇਨ ਠੀਕ ਹੋਇਆ, 40-50% ਠੀਕ ਹੋਇਆ ਤੇ ਵੇਟ ਬੇਅਰਿੰਗ ਸ਼ੁਰੂ ਕਰਤਾ ਖੇਲਣਾ, ਉਹ ਫਿਰ ਕ੍ਰੋਨਿਕ ਇੰਜਰੀਜ਼ ਹੋ ਜਾਂਦੀਆਂ। ਅਸੀਂ ਉਹਨਾਂ ਨੂੰ ਹੀਲਿੰਗ ਟਾਈਮ ਨਹੀਂ ਦਿੰਦੇ। ਤੇ ਨਾਰਮਲੀ ਹੀਲਿੰਗ ਤੋਂ ਬਾਅਦ ਲਿਗਾਮੈਂਟਸ ਦੇ ਰਾਉਂਡ ਜਿੰਨੇ ਵੀ ਮਸਲ ਨੇ ਉਹਨਾਂ ਦੀ ਸਟਰੈਂਥਨਿੰਗ ਦੀ ਜ਼ਰੂਰਤ ਪੈਂਦੀ ਆ। ਔਰ ਜੇ ਇਹ ਸਟਰੈਂਥਨਿੰਗ ਅਸੀਂ 5-6 ਮਹੀਨੇ ਨਹੀਂ ਕਰਾਂਗੇ ਤੇ ਪੇਸ਼ੈਂਟ ਨੂੰ ਰੈਕਰੈਂਟ ਸਪ੍ਰੇਨਸ ਹੁੰਦੇ ਰਹਿਣਗੇ, ਮੁੜ ਤੋਂ ਪੈਰ ਮੁੜਦੇ ਰਹਿਣਗੇ। ਜੀ ਮੁੜ ਤੋਂ ਪੈਰ ਮੁੜਨਾ ਵੀ ਇੱਕ ਕਾਫੀ ਅਕਸਰ ਵੇਖਿਆ ਜਾਂਦਾ ਹੈ ਕਿ ਅਗਰ ਸੱਟ ਵੱਜ ਗਈ ਹੈ ਤਾਂ ਫਿਰ ਉਸੇ ਥਾਂ ਤੇ ਦੁਬਾਰਾ ਵੱਜੇਗੀ, ਪੈਰ ਮੁੜਦਾ ਹੈ, ਬਾਰ-ਬਾਰ ਮੁੜਦਾ ਹੈ, ਤੇ ਕਿਤੇ ਨਾ ਕਿਤੇ ਤੁਹਾਡਾ ਲਿਗਾਮੈਂਟ ਹੈ ਜੋ ਉਹ ਵੀਕ ਹੈ, ਉਹਦੇ ਮਸਲਸ ਵੀਕ ਨੇ, ਉਸ ਦੀ ਸਟਰੈਂਥਨਿੰਗ ਦੀ ਲੋੜ ਹੈ, ਜਿੱਦਾਂ ਸਰ ਨੇ ਸਾਨੂੰ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸਰ ਜਾਣਨਾ ਚਾਹਾਂਗੀ, ਜਿੱਦਾਂ ਡੀਫਾਰਮਿਟੀਜ਼ ਆਫ ਫੁੱਟ ਦੀ ਅਸੀਂ ਗੱਲ ਕੀਤੀ ਸੀ, ਜਮਾਂਦਰੂ ਜਿਹੜੇ ਹੁੰਦੇ ਆ ਡੀਫਾਰਮਿਟੀਜ਼, ਉਹਨਾਂ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ? ਜਮਾਂਦਰੂ ਕਾਫੀ ਜਿਨ੍ਹਾਂ ਦੇ ਪੈਰ ਮੁੜੇ ਹੁੰਦੇ ਆ ਉਹਨਾਂ ਦਾ ਟਾਈਮਲੀ ਟ੍ਰੀਟਮੈਂਟ ਬਹੁਤ ਇੰਪੋਰਟੈਂਟ ਹੈ, ਪਾਰਟਿਕੂਲਰਲੀ ਆਫਟਰ ਬਰਥ। ਇਮੀਡੀਏਟਲੀ ਉਹਨਾਂ ਦਾ ਟ੍ਰੀਟਮੈਂਟ ਸ਼ੁਰੂ ਹੋਣਾ ਚਾਹੀਦਾ ਹੈ। ਜੇ ਉਹ ਟ੍ਰੀਟਮੈਂਟ ਅਸੀਂ ਪ੍ਰੋਪਰਲੀ ਨਹੀਂ ਕਰਦੇ ਤੇ ਉਹ ਡਿਫਾਰਮਿਟੀਜ਼ ਫਿਕਸ ਹੋ ਜਾਂਦੀਆਂ। ਨਾਰਮਲੀ ਬੱਚੇ ਜਦੋਂ ਜੰਮਦੇ ਨੇ ਇਹ ਕਰੈਕਟੇਬਲ ਡਿਫਾਰਮਿਟੀਜ਼ ਹੁੰਦੀਆਂ ਨੇ, ਤੇ ਤੁਸੀਂ ਸਿਰਫ ਕਰੈਕਟ ਕਰਕੇ ਪਲਾਸਟਰ ਲਾ ਕੇ ਥੋੜੀਆਂ ਸ਼ੂ ਮੋਡੀਫਿਕੇਸ਼ਨਸ ਕਰਕੇ ਤੇ ਪੇਸ਼ੈਂਟ ਨੂੰ ਆਪਣਾ ਆਲਮੋਸਟ ਨਾਰਮਲ ਫੁੱਟ ਦੇ ਸਕਦੇ ਹਾਂ। ਪਰ ਜੇ ਇਹ ਡਿਫਾਰਮਿਟੀਜ਼ ਕਾਫੀ ਜ਼ਿਆਦਾ ਨਿਗਲੈਕਟ ਹੋ ਜਾਣ ਫਿਰ ਸਟਿਫ ਹੋ ਜਾਂਦੀਆਂ ਨੇ। ਜਦੋਂ ਸਟਿਫ ਹੋ ਜਾਂਦੀਆਂ ਫਿਰ ਉਹਦਾ ਹੱਲ ਸਰਜਰੀ ਰਹਿ ਜਾਂਦਾ, ਤੇ ਸਰਜਰੀ ਦੇ ਬਾਅਦ ਉਹ ਫੰਕਸ਼ਨ ਨਹੀਂ ਦੇਖ ਸਕਦੇ ਜਿਹੜੇ ਸਿਰਫ ਅਸੀਂ ਖਾਲੀ ਪਲਾਸਟਰ ਨਾਲ ਦੇ ਸਕਦੇ ਹਾਂ ਜੇ ਪੇਸ਼ੈਂਟ ਸਾਡੇ ਕੋਲ ਜਲਦੀ ਆ ਜਾਵੇ। ਸੋ ਡਿਫਾਰਮਿਟੀਜ਼ ਨਿਗਲੈਕਟ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਜਮਾਂਦਰੂ ਡਿਫਾਰਮਿਟੀਜ਼ ਹੈ। ਕਈ ਵਾਰੀ ਆਰਥਰਾਈਟਿਸ ਕਾਰਨ ਜਾਂ ਉਹਨੇ ਕੀ ਕਹਿੰਦੇ ਆ ਤੁਹਾਡੀ ਸ਼ੂਗਰ ਕਾਰਨ ਜਾਂ ਕੋਈ ਇੰਜਰੀਜ਼ ਕਾਰਨ ਡਿਫਾਰਮਿਟੀਜ਼ ਹੋ ਜਾਂਦੀਆਂ। ਇਹ ਮੋਸਟਲੀ ਉਹਨਾਂ ਦੀ ਜਿਹੜੀ ਹੱਲ ਹੈ ਉਹ ਸਰਜੀਕਲ ਹੈ, ਤੇ ਉਹਦੇ ਵਿੱਚ ਜਿਹੜੀ ਸਰਜਰੀ ਜਿੰਨੀ ਡਿਲੇ ਕਰਦੇ ਜਾਵਾਂਗੇ ਉਨੀ ਜ਼ਿਆਦਾ ਡਿਫਾਰਮਿਟੀ ਵੱਧਦੀ ਜਾਏਗੀ ਤੇ ਸਾਨੂੰ ਉਨੀ ਉਹ ਡਿਫਿਕਲਟੀ ਹੁੰਦੀ ਜਾਏਗੀ ਉਹਨੂੰ ਕਰੈਕਟ ਕਰਨਾ, ਤੇ ਸੈਕੰਡਲੀ ਰਿਜ਼ਲਟ ਵੀ ਉਹਨੇ ਕੰਪਰੋਮਾਈਜ਼ ਹੁੰਦੇ ਜਾਣਗੇ, ਮਾੜੇ ਹੁੰਦੇ ਜਾਣਗੇ। ਤੇ ਜੇ ਘੱਟ ਡਿਫਾਰਮਿਟੀ ਦੇ ਵਿੱਚ ਅਸੀਂ ਟਾਈਮਲੀ ਉਹਦੀ ਸਰਜਰੀ ਕਰ ਦਈਏ ਤੇ ਉਹ ਬੈਟਰ ਰਿਜ਼ਲਟ ਨੇ, ਤੇ ਜੇ ਨੈਗਲੈਕਟਡ ਡਿਫਾਰਮਿਟੀਜ਼ ਦੇ ਵਿੱਚ ਕਰੀਏ ਉਹ ਮਾੜੇ ਰਿਜ਼ਲਟ। ਜੀ ਬਿਲਕੁਲ, ਜੇ ਅਗਰ ਤੁਸੀਂ ਲੰਬਾ ਸਮਾਂ ਇੰਤਜ਼ਾਰ ਕਰਦੇ ਹੋ ਕਿ ਆਪੇ ਠੀਕ ਹੋ ਜਾਏਗੀ, ਜਿਸ ਤਰ੍ਹਾਂ ਸਰ ਨੇ ਗੱਲ ਕੀਤੀ ਡਾਇਬਟਿਕ ਫੁੱਟ ਵਿੱਚ ਤਾਂ ਵੈਸੇ ਵੀ ਬਿਲਕੁਲ ਜਿਹੜਾ ਹੈ ਇੰਤਜ਼ਾਰ ਨਹੀਂ ਕਰਨਾ ਚਾਹੀਦਾ। ਸਰ ਜਿਸ ਤਰ੍ਹਾਂ ਨਾਲ ਤੁਸੀਂ ਡਾਇਬਟਿਕ ਫੁੱਟ ਦੀ ਗੱਲ ਕੀਤੀ, ਅਕਸਰ ਜਿਹੜੇ ਡਾਇਬਟੀਜ਼ ਵਾਲੇ ਰੋਗੀ ਹੁੰਦੇ ਉਹਨਾਂ ਨੂੰ ਛੋਟੀ ਜੀ ਕਹਿੰਦੇ ਨਾ ਜਰਾ ਜਾਂ ਕੁਝ ਵੀ ਸੂਈ ਜਿੰਨੀ ਸੱਟ ਵੀ ਉਹਨਾਂ ਲਈ ਜਹਾਜ਼ ਜਿੰਨੀ ਹੋ ਜਾਂਦੀ ਹੈ। ਸੋ ਉਸ ਦੇ ਵਿੱਚ ਕੀ ਕਰਨਾ ਚਾਹੀਦਾ ਉਹਨਾਂ ਨੂੰ? ਦੇਖੋ ਡਾਇਬਟੀਜ਼ ਦੀਆਂ ਬੇਸਿਕਲੀ ਦੋ ਪ੍ਰੋਬਲਮ ਨੇ। ਇੱਕ ਤੇ ਸੌਫਟ ਟਿਸ਼ੂ ਦੀ ਕਹਿੰਦੇ ਆ ਕਿ ਜਿਹਦੇ ਵਿੱਚ ਹੱਡੀਆਂ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ, ਸਿਰਫ ਸੌਫਟ ਟਿਸ਼ੂਜ਼ ਦੀ ਪ੍ਰੋਬਲਮ ਹੁੰਦੀ ਹੈ, ਇਨਫੈਕਸ਼ਨ ਹੋ ਜਾਂਦਾ, ਉਹ ਤਾਂ ਅਸੀਂ ਹੱਡੀਆਂ ਦੀ ਜ਼ਰੂਰਤ ਨਹੀਂ ਪੈਂਦੀ ਸਰਜਰੀ। ਪਰ ਡਾਇਬਟੀਜ਼ ਦੇ ਵਿੱਚ ਇੱਕ ਬਿਮਾਰੀ ਹੁੰਦੀ ਹੈ ਜਿਹਨੂੰ ਅਸੀਂ ਸ਼ਾਰਕੋ ਫੁੱਟ ਕਹਿੰਦੇ ਹਾਂ। ਉਹਦੇ ਵਿੱਚ ਕੀ ਹੁੰਦਾ ਹੈ, ਹੱਡੀਆਂ ਆਪਣੇ ਆਪ
ਖੁਰਨੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਪੈਰ ਡਿਫਾਰਮ ਹੋਣੇ ਸ਼ੁਰੂ ਹੋ ਜਾਂਦੇ ਆ। ਜੇ ਉਹਨਾਂ ਨੂੰ अर्ਲੀ ਸਟੇਜ ਦੇ ਵਿੱਚ ਫੜ ਲਿਆ ਜਾਵੇ ਤੇ ਪੇਸ਼ੈਂਟ ਨੂੰ ਪਲਾਸਟਰ ਲਾ ਦਿੱਤਾ ਜਾਵੇ ਤੇ ਉਹਨਾਂ ਦੇ ਨਾਲ ਭਾਰ ਨਾ ਪਾਇਆ ਜਾਵੇ ਉਹਦੇ ਉੱਤੇ ਤੇ ਉਹ ਡਿਫਾਰਮਿਟੀਜ਼ ਨਹੀਂ ਬਣਦੀਆਂ ਤੇ ਉਸੇ ਜਗ੍ਹਾ ਤੇ ਪੈਰ ਹੀਲ ਹੋ ਜਾਂਦਾ ਹੈ ਤੇ ਉਹ ਹੱਡੀਆਂ ਹੀਲ ਹੋ ਜਾਂਦੀਆਂ। ਪਰ ਲੋਕਾਂ ਨੂੰ ਅਨਫੋਰਚੂਨੇਟਲੀ ਉੱਥੇ ਪੇਨ ਨਹੀਂ ਹੁੰਦੀ ਡਾਇਬਟੀਜ਼ ਦੇ ਵਿੱਚ ਤੇ ਉਹ ਵਜਨ ਪਾਉਂਦੇ ਰਹਿੰਦੇ ਨੇ ਪੈਰ ਡਿਫਾਰਮ। ਫਿਰ ਜਿੱਥੇ ਜਿੱਥੇ ਹੱਡੀਆਂ ਪ੍ਰੋਮੀਨੈਂਟ ਹੋ ਜਾਂਦੀਆਂ ਉਦੋਂ ਤੇ ਜ਼ਖਮ ਬਣਨੇ ਸ਼ੁਰੂ ਹੋ ਜਾਂਦੇ ਨੇ। ਜੇ ਜ਼ਖਮ ਬਣ ਜਾਏ ਤੇ ਜੇ ਉਹ ਇਨਫੈਕਟ ਹੋ ਜਾਵੇ ਤੇ ਅੱਗੇ ਐਂਪੂਟੇਸ਼ਨ ਦੀ ਵੀ ਜ਼ਰੂਰਤ ਪੈ ਸਕਦੀ ਹੈ, ਪੈਰ ਵੀ ਕੱਟਣ ਦੀ ਜ਼ਰੂਰਤ ਪੈ ਸਕਦੀ ਹੈ। ਸੋ ਸਾਨੂੰ ਜੇ ਤੇ ਡਿਫਾਰਮਿਟੀਆਂ ਦੇ ਕਾਰਨ ਕੋਈ ਵੀ ਜਿੱਥੇ ਪ੍ਰੋਮੀਨੈਂਸ ਹੋ ਰਹੀ ਹੈ ਹੱਡੀ ਦੀ ਤੇ ਅਲਸਰ ਬਣਨ ਦੇ ਚਾਂਸ ਨੇ ਉਹਨੂੰ ਉਸੇ ਵੇਲੇ ਕਰੈਕਟ ਕਰਨਾ ਚਾਹੀਦਾ। ਜੇ ਨਹੀਂ ਕਰਾਂਗੇ ਤੇ ਫਿਰ ਪੈਰ ਦੇ ਜ਼ਖਮ ਬਣਦੇ ਜਾਣਗੇ ਤੇ ਅਲਟੀਮੇਟਲੀ ਇਨਫੈਕਸ਼ਨ ਨਾਲ ਈਵਨ ਐਂਪੂਟੇਸ਼ਨ ਵੀ ਹੋ ਸਕਦੀ ਹੈ। ਬਿਲਕੁਲ, ਜੇ ਅਗਰ ਡਾਇਬੀਟਿਕ ਦੇ ਪੇਸ਼ੈਂਟ ਹੋ ਤੇ ਲਗਾਤਾਰ ਆਪਣੇ ਪੈਰਾਂ ਨੂੰ ਚੈੱਕ ਕਰਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਗਰ ਤੁਹਾਨੂੰ ਕੋਈ ਸੱਟ ਵੱਜਦੀ ਹੈ ਉਸ ਨੂੰ ਤਾਂ ਬਿਲਕੁਲ ਵੀ ਨਿਗਲੈਕਟ ਨਾ ਕਰੋ। ਪਰ ਸਰ ਕਿੰਨੇ ਅਰਸੇ ਦੇ ਵਿੱਚ ਦੌਰਾਨ ਉਹਨਾਂ ਨੂੰ ਆਪਣੇ ਪੈਰਾਂ ਦੀ ਜਿਹੜੀ ਜਾਂਚ ਕਰਨੀ ਚਾਹੀਦੀ? ਦੇਖੋ, ਇੱਕ ਤਾਂ ਰੋਜ਼ ਸੈਲਫ ਹੀ ਜਾਂਚ ਕਰਨੀ ਚਾਹੀਦੀ ਹੈ, ਆਪ ਹੀ ਉਹਨਾਂ ਨੂੰ ਦੇਖਣਾ ਚਾਹੀਦਾ ਹੈ ਕੋਈ ਥੱਲੇ ਕੋਈ ਜ਼ਖਮ ਤੇ ਨਹੀਂ ਹੈ, ਮੇਰੇ ਨੇਲ ਸਹੀ ਕੱਟੇ ਹੋਏ ਹੈ, ਕੋਈ ਕਿਤੇ ਬਹੁਤ ਜ਼ਿਆਦਾ ਜਿਹਨੂੰ ਅਸੀਂ ਪੰਜਾਬੀ 'ਚ ਭੌੜੀਆਂ ਕਹਿੰਦੇ ਆ ਉਹ ਬਣ ਰਹੀਆਂ, ਇਹ ਸਾਰੀਆਂ ਚੀਜ਼ਾਂ ਦਾ ਕੋਈ ਸਕਿਨ ਤੇ ਨਹੀਂ ਉਹਦੀ ਲੱਥ ਰਹੀ ਹੈ, ਇਹ ਤਾਂ ਆਪ ਹੀ ਰੋਜ਼ ਦੇਖਣਾ ਚਾਹੀਦਾ ਹੈ। ਔਰ ਰੈਗੂਲਰਲੀ ਆਪਣਾ ਪੈਰ ਸਾਫ਼ ਕਰਨਾ ਚਾਹੀਦਾ। ਮੂੰਹ ਕਰੋ ਨਾ ਕਰੋ ਪਰ ਪੈਰ ਡਾਇਬਟਿਕ ਨੇ ਜ਼ਰੂਰ ਸਾਫ਼ ਕਰਨਾ ਹੈ। ਸੋ ਦੈਟ ਇਜ਼ ਵੈਰੀ ਇੰਪੋਰਟੈਂਟ। ਬਟ ਜੇ ਉਹਨਾਂ ਦੀ ਸੈਂਸੇਸ਼ਨਸ ਅਪੀਅਰ ਮਤਲਬ ਡਿਸਅਪੀਅਰ, ਕਈ ਵਾਰੀ ਇੱਕ ਬਿਮਾਰੀ ਹੈ ਜਿਹਦੇ ਵਿੱਚ ਨਰਵਸ ਇਫੈਕਟ ਹੋ ਜਾਂਦੀਆਂ ਡਾਇਬਟੀਜ਼ ਦੇ ਵਿੱਚ ਤੇ ਪੇਸ਼ੈਂਟ ਦੀ ਸੈਂਸੇਸ਼ਨਸ ਖਤਮ ਹੋ ਜਾਂਦੀਆਂ। ਜਦੋਂ ਸੈਂਸੇਸ਼ਨਸ ਖਤਮ ਹੋ ਜਾਂਦੀਆਂ ਉਦੋਂ ਜ਼ਰੂਰ ਰੈਗੂਲਰਲੀ 3 ਮੰਥਲੀ 6 ਮੰਥਲੀ ਡਾਕਟਰ ਕੋਲ ਚੈੱਕਅਪ ਕਰਾਉਣਾ ਲੈਣਾ ਚਾਹੀਦਾ ਹੈ। ਕੋਈ ਅਲਸਰ ਤੇ ਨਹੀਂ ਬਣ ਰਹੇ, ਕੋਈ ਹੱਡੀਆਂ ਡਿਫਾਰਮ ਤੇ ਨਹੀਂ ਹੋ ਰਹੀਆਂ। ਜਿਨ੍ਹਾਂ ਦੇ ਵਿੱਚ ਸੈਂਸੇਸ਼ਨਸ ਘਟ ਜਾਂਦੀਆਂ ਨੇ ਉਹਨਾਂ 'ਚ ਇਹ ਡਿਫਾਰਮਿਟੀ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਰਹਿੰਦੇ ਨੇ। ਸੋ ਉਹਨਾਂ ਨੂੰ ਰੈਗੂਲਰ ਚੈੱਕਅਪ ਕਰਾਉਣਾ ਚਾਹੀਦਾ। ਸੈਂਸਰੀਜ਼ ਘਟਣ ਦਾ ਮਤਲਬ ਹੈ ਕਿ ਕਿਤੇ ਵੀ ਤੁਹਾਡੇ ਲਈ ਖਤਰੇ ਦੀ ਘੰਟੀ ਹੋ ਸਕਦੀ ਹੈ। ਸੋ ਚੈੱਕ ਜ਼ਰੂਰ ਕਰੋ, ਰੈਗੂਲਰ ਕਰੋ। ਔਰ ਡਿਫਾਰਮਿਟੀਜ਼ ਦੇ ਬਾਰੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਨਾਲ ਬਿਨਾਂ ਸਰਜਰੀ ਤੋਂ ਵੀ ਡਿਫਾਰਮਿਟੀਜ਼ ਨੂੰ ਠੀਕ ਕੀਤਾ ਜਾਂਦਾ, ਮਗਰ ਸ਼ੁਰੂਆਤੀ ਤੌਰ ਤੇ ਉਹਦਾ ਫੜੇ ਜਾਣਾ ਬਹੁਤ ਜ਼ਰੂਰੀ ਹੈ। ਪੈਰਾਂ ਦੀ ਸੱਟ ਜੇ ਲੱਗਦੀ, ਲਿਗਾਮੈਂਟ ਅਗਰ ਖਰਾਬ ਹੁੰਦੇ, ਇੰਜਰ ਹੁੰਦੇ ਆ, ਉਹਨਾਂ ਦੀ ਕਿਸ ਤਰ੍ਹਾਂ ਦੇਖਭਾਲ ਜ਼ਰੂਰੀ ਹੈ ਸਾਨੂੰ ਡਾਕਟਰ ਸਾਹਿਬ ਨੇ ਦੱਸਿਆ, ਔਰ ਕਿਸ ਤਰ੍ਹਾਂ ਨਾਲ ਇਹਨਾਂ ਨੂੰ ਠੀਕ ਕੀਤਾ ਜਾ ਸਕਦਾ ਹੈ। ਇੰਜਰੀਜ਼ ਦੇ ਨਾਲ ਇਹਨਾਂ ਨੂੰ ਜਿਹੜੀ ਪਰੇਸ਼ਾਨੀ ਜ਼ਰੂਰ ਆਏਗੀ, ਮਗਰ ਟਾਈਮਲੀ ਠੀਕ ਕਰ ਲੋਗੇ ਤਾਂ ਬਹੁਤ ਵਧੀਆ ਹੋ ਜਾਏਗਾ। ਸੋ ਤੁਹਾਡੇ ਲਈ ਜਾਣਕਾਰੀ ਲੈ ਕੇ ਸਾਡੇ ਨਾਲ ਜੁੜੇ ਡਾਕਟਰ ਰਾਜੀਵ ਵੋਰਾ, ਔਰ ਥੈਂਕ ਯੂ ਸੋ ਮਚ ਸਰ ਸਾਡੇ ਨਾਲ ਜੁੜਨ ਲਈ। Thank you so much. I'm happy to be part of the, giving this information. Thank you. Thank you sir। ਔਰ ਸਾਰੇ ਵੇਖਦੇ ਰਹੋ ਪੰਜਾਬ ਕੇਸਰੀ, ਜ਼ਿਆਦਾ ਤੋਂ ਜ਼ਿਆਦਾ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਬਹੁਤ ਸਾਰੀ ਇਨਫੋਰਮੇਸ਼ਨ ਭਰੀ ਹੈ। ਬਣੇ ਰਹੋ ਪੰਜਾਬ ਕੇਸਰੀ ਤੇ ਵੇਖਦੇ ਰਹੋ ਪੰਜਾਬ ਕੇਸਰੀ, ਕਿਉਂਕਿ ਪੰਜਾਬ ਕੇਸਰੀ ਹੈ ਤੁਹਾਡੇ ਦਿਲ ਦੀ ਧੜਕਨ।